ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ ਸੰਤੋਖ ਸਿੰਘ ਧੀਰ ਦੀ ਲਿਖੀ ਕਹਾਣੀ ਸਾਂਝੀ ਕੰਧ ਬਾਰੇ ਪੜ੍ਹਾਂਗੇ, ਜੋ ਕਿ 9ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਵਿੱਚ ਦਰਜ ਹੈ, ਜੋ ਕਿ ਸੰਤੋਖ ਸਿੰਘ ਧੀਰ ਜੀ ਦੁਆਰਾ ਲਿਖੀ ਗਈ ਹੈ। ਅੱਗੇ ਪੜ੍ਹਨ ਤੋਂ ਪਹਿਲਾਂ ਆਪਾਂ ਸੰਤੋਖ ਸਿੰਘ ਧੀਰ ਦੇ ਜੀਵਨ ਉੱਤੇ ਇੱਕ ਝਲਕ ਮਾਰਦੇ ਹਾਂ। ਪੜ੍ਹਦੇ ਹਾਂ। ਸੰਤੋਖ ਸਿੰਘ ਧੀਰ ਦਾ ਜਨਮ ਉਹਨਾਂ ਦੇ ਨਾਨਕੇ ਬੱਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 2 ਦਸੰਬਰ 1920 ਈਸਵੀ ਨੂੰ ਮਾਤਾ ਸ਼੍ਰੀਮਤੀ ਜਮਨਾ ਦੇਵੀ, ਪਿਤਾ ਸ਼੍ਰੀ ਈਸਰ ਸਿੰਘ ਜੀ ਦੇ ਘਰ ਹੋਇਆ। ਉਹਨਾਂ ਦਾ ਜੱਦੀ ਪਿੰਡ ਢਡਹੇੜੀ, ਜ਼ਿਲ੍ਹਾ ਲੁਧਿਆਣਾ ਹੈ। ਉਹਨਾਂ ਨੇ 10ਵੀਂ ਅਤੇ 11ਵੀਂ ਤੱਕ ਪੜ੍ਹਾਈ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਉਹਨਾਂ ਨੇ ਆਪਣੇ ਜੀਵਨ ਦਾ ਸਮਾਂ ਅੰਤ ਤੱਕ ਸੁਤੰਤਰ ਲੇਖਕ ਨੂੰ ਹੀ ਸਮਰਪਿਤ ਕੀਤਾ। ਕਵੀ ਨੇ ਕਹਾਣੀਕਾਰ ਵਜੋਂ ਸ਼੍ਰੀ ਧੀਰ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇੱਕੋ ਜਿੰਨਾ ਸਨਮਾਨ ਹਾਸਲ ਹੈ, ਕਿਉਂਕਿ ਉਹ ਸਾਰੀ ਜ਼ਿੰਦਗੀ ਪ੍ਰਗਤੀਵਾਦੀ ਸੋਚ ਨੂੰ ਪ੍ਰਣਾਇਆ ਹੈ। ਉਸ ਦੇ ਪ੍ਰਮੁੱਖ ਕਾਵਿ ਸੰਗ੍ਰਹਿ ਪੌ ਫਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਸੰਜੀਵਨੀ, ਆਉਣ ਵਾਲਾ ਸੂਰਜ, ਕੋਦਰੇ ਦਾ ਗੀਤ ਆਦਿ ਹਨ। ਉਸ ਦੇ ਨਾਵਲ ਯਾਦਗਾਰ, ਮੈਨੂੰ ਇੱਕ ਸੁਪਨਾ ਆਇਆ, ਨਵਾਂ ਜਨਮ, ਸ਼ਰਾਬੀ ਆਦਿ ਹਨ। ਮੇਰੀ ਕਲਮ ਸਾਹਿਤਿਕ ਸਵੈ ਜੀਵਨੀ, ਬ੍ਰਹਸਪਤੀ ਸਵੈ ਜੀਵਨੀ, ਮੇਰੀ ਇੰਗਲੈਂਡ ਯਾਤਰਾ, ਸਫ਼ਰਨਾਮਾ, ਕਬੀਰ ਰਚਨਾਵਲੀ, ਅਨੁਵਾਦ, ਹੋਰ ਜ਼ਿਕਰਯੋਗ ਰਚਨਾਵਾਂ ਹਨ। ਕਹਾਣੀ ਖੇਤਰ ਵਿੱਚ ਉਹਨਾਂ ਦੀ ਪ੍ਰਸਿੱਧੀ ਉਹਨਾਂ ਦੇ ਕਹਾਣੀ ਸੰਗ੍ਰਹਿ ਛਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਊਸ਼ਾ ਭੈਣ ਜੀ ਚੁੱਪ ਹਨ, ਪੱਖੀ ਆਦਿ ਨਾਲ ਹੋਈ। ਪੱਖੀ ਕਹਾਣੀ ਸੰਗ੍ਰਹਿ ਨੂੰ 1996 ਈਸਵੀ ਵਿੱਚ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ। ਭਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ। ਆਪ ਨੇ ਕਿੰਨੇ ਸਾਰੇ ਹੋਰ ਵੀ ਸਨਮਾਨ ਮਿਲੇ। ਸਾਂਝੀ ਕੰਧ, ਸਵੇਰ ਹੋਣ ਤੱਕ, ਕੋਈ ਇੱਕ ਸਵਾਰ, ਮੇਰਾ ਉਜੜਿਆ ਗਵਾਂਢੀ ਤੇ ਮੰਗੋ ਉਹਨਾਂ ਦੀਆਂ ਸ਼ਾਹਕਾਰ ਕਹਾਣੀਆਂ ਹਨ। ਸ਼੍ਰੀ ਧੀਰ ਦੀਆਂ ਰਚਨਾਵਾਂ ਵਿੱਚ ਪ੍ਰਗਤੀਵਾਦੀ ਯਥਾਰਥਵਾਦੀ ਦ੍ਰਿਸ਼ਟੀਕੋਣ ਬੜੇ ਹੀ ਸੰਤੁਲਿਤ ਢੰਗ ਨਾਲ ਪੇਸ਼ ਹੋਇਆ ਹੈ। ਇਹ ਬਹੁਪੱਖੀ ਲੇਖਕ ਨੇ ਜਿੱਥੇ ਆਪਣੇ ਜੀਵਨ ਵਿੱਚ ਮਨੁੱਖ ਵਿਰੋਧੀ ਤਾਕਤਾਂ ਖਿਲਾਫ ਨਿਰੰਤਰ ਸੰਗਰਾਮ ਲੜਿਆ, ਉੱਥੇ ਉਹਨਾਂ ਦੀਆਂ ਰਚਨਾਵਾਂ ਹੱਕ ਸੱਚ ਲਈ ਨਿਰੋਈ ਪ੍ਰੇਰਨਾ ਦਿੰਦੀਆਂ ਹਨ। ਇਸ ਸੰਘਰਸ਼ੀਲ ਲੇਖਕ ਨੇ ਤਰੁੱਟੀਆਂ, ਔਂਕੜਾਂ ਤੇ ਮਾਨਸਿਕ ਸੰਕਟਾਂ ਦਾ ਡਟ ਕੇ ਮੁਕਾਬਲਾ ਕੀਤਾ। ਹੱਥਲੀ ਪੁਸਤਕ ਧੀਰ ਦੀ ਕਹਾਣੀ ਸਾਂਝੀ ਕੰਧ ਸ਼ਾਮਲ ਕੀਤੀ ਗਈ ਹੈ। ਕਹਾਣੀ ਬਾਰੇ ਕਹਾਣੀ ਪੜ੍ਹਨ ਤੋਂ ਪਹਿਲਾਂ ਅਸੀਂ ਕਹਾਣੀ ਬਾਰੇ ਪੜ੍ਹਦੇ ਹਾਂ, ਕਿ ਕਹਾਣੀ ਬਾਰੇ ਚਰਚਾ ਕਰਦੇ ਹਾਂ, ਇੱਕ ਉਸ 'ਤੇ ਝਾਤ ਮਾਰਦੇ ਹਾਂ ਕਿ ਇਸ ਕਹਾਣੀ ਦੇ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ, ਕਹਾਣੀ ਕਿਸ ਉੱਤੇ ਹੈ। ਸਾਂਝੀ ਕੰਧ ਸੰਤੋਖ ਸਿੰਘ ਧੀਰ ਦੀ ਪ੍ਰਤੀਨਿਧ ਕਹਾਣੀ ਹੈ। ਇਹ ਕਹਾਣੀ ਇੱਕ ਪੇਂਡੂ ਪਰਿਵਾਰ ਨਾਲ ਸੰਬੰਧਿਤ ਹੈ। 2 ਭਰਾਵਾਂ ਕਪੂਰ ਸਿੰਘ ਅਤੇ ਦਰਬਾਰਾ ਸਿੰਘ ਦੇ ਘਰਾਂ ਦੀ ਇੱਕ ਕੰਧ ਸਾਂਝੀ ਹੈ। ਕੰਧ ਦਾ ਮਤਲਬ ਦੀਵਾਰ। ਇਹ ਕੰਧ ਵਾਰਸ਼ਾਂ ਕਾਰਨ ਡਿੱਗ ਜਾਂਦੀ ਹੈ। ਕਪੂਰ ਸਿੰਘ ਦਰਬਾਰਾ ਸਿੰਘ ਤੋਂ ਕੰਧ ਬਣਾਉਣ ਲਈ ਹਿੱਸੇ ਵਜੋਂ ਪੈਸੇ ਦੀ ਮੰਗ ਕਰਦਾ ਹੈ। ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਉਸ ਦੀ ਗੱਲ ਨਹੀਂ ਮੰਨਦਾ। ਜਦੋਂ ਦਰਬਾਰਾ ਕਪੂਰ ਸਿੰਘ ਨੂੰ ਪੈਸੇ ਦੇਣ ਲਈ ਰਾਜ਼ੀ ਹੁੰਦਾ ਹੈ ਤਾਂ ਪਿੰਡ ਦਾ ਸਰਪੰਚ ਦਰਬਾਰੇ ਨੂੰ ਮੁਕਰਵਾ ਦਿੰਦਾ ਮਤਲਬ ਮਨਾ ਕਰਵਾ ਦਿੰਦਾ ਹੈ। ਗੱਲ ਗਾਲੀ ਗਲੋਚ ਅਤੇ ਹੱਥੋਂ ਪਾਈ ਤੱਕ ਪੁੱਜ ਜਾਂਦੀ ਹੈ। ਇੰਜ ਦੋਵੇਂ ਭਰਾ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ। ਅੰਤ ਦਰਬਾਰਾ ਬਿਮਾਰ ਪੈ ਜਾਂਦਾ ਹੈ। ਜਦੋਂ ਕਪੂਰ ਸਿੰਘ ਨੂੰ ਉਸਦੇ ਬਿਮਾਰ ਹੋਣ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਦੀ ਖਬਰ ਲੈਣ ਲਈ ਉਸਦੇ ਘਰ ਚਲਾ ਜਾਂਦਾ ਹੈ। ਦਰਬਾਰਾ ਮਹਿਸੂਸ ਕਰਦਾ ਹੈ ਕਿ ਉਸਨੇ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ, ਸਗੋਂ ਭਰਾ ਦਾ ਸਾਥ ਦੇਣਾ ਚਾਹੀਦਾ ਸੀ। ਤਾਂ ਇਸ ਕਹਾਣੀ ਦੇ 2 ਭਰਾਵਾਂ ਦੀ ਆ। ਇਸ ਤੋਂ ਪੜ੍ਹ ਕੇ ਸਾਨੂੰ ਇਹੀ ਪਤਾ ਲੱਗਦਾ ਹੈ। ਹੁਣ ਕਹਾਣੀ ਵਿੱਚ ਕੀ ਕੀ ਵਾਪਰਦਾ ਹੈ ਇਹ ਸਾਨੂੰ ਪੂਰੀ ਕਹਾਣੀ ਪੜ੍ਹ ਕੇ ਪਤਾ ਲੱਗੇਗਾ। पढ़ते हैं। साझी कंध भाव साझी मतलब एक दूसरे की दोनों की जो चीज़ होती है। कंध मतलब कंध तो भाव है जिसनों पंजाबी विच कंध कहते हैं, हिंदी विच आपां दीवार वॉल। संतोख सिंह धीर 8 महीने दी खज्जल खुआरी मगरों जद कपूर सिंह विचारा मसी घर बनाउण दी पुजत विच होया, मतलब बहुत ज़्यादा मेहनत करने के बाद जब वो घर बनाने तक पहुँचता है ਤਾਂ ਰੇੜਕਾ ਸਾਂਝੀ ਕੰਧ ਉੱਤੇ ਪੈ ਗਿਆ, ਮਤਲਬ ਰੌਲਾ ਪੈ ਗਿਆ, ਝਗੜਾ ਉਸ 'ਤੇ ਪੈ ਗਿਆ। ਇਹ ਕੰਧ ਉਹਦੇ ਚਾਚੇ ਦੇ ਪੁੱਤਰ ਦਰਬਾਰੇ ਨਾਲ ਸਾਂਝੀ ਸੀ। ਤਾਂ ਜਿਹੜਾ ਕਪੂਰ ਸਿੰਘ ਤੇ ਦਰਬਾਰਾ ਸਿੰਘ 2 ਭਰਾ ਹੁੰਦੇ ਹਨ, ਚਾਚੇ ਤਾਏ ਦੇ ਪੁੱਤ। ਪਿਛਲੇ ਵਰੇ ਮਤਲਬ ਸਾਲ ਦੀਆਂ ਵਾਰਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਢਹਿ ਗਿਆ ਮਤਲਬ ਗਿਰ ਗਿਆ। ਉਂਝ ਤਾਂ ਕਿੰਨੇ ਹੀ ਘਰ ਢਹਿ ਗਏ ਸਨ,
ਕਪੂਰ ਸਿੰਘ ਦੇ ਘਰ ਦਾ ਢਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ। ਇੱਕ ਹੀ ਖਣ ਸਾਬਤ ਨਹੀਂ ਸੀ ਰਿਹਾ। ਖਣ ਭਾਵ ਉਹਨਾਂ ਦੇ ਰੁਕਣ ਲਈ ਕੋਈ ਕਮਰਾ, ਕੋਠਾ ਉਹ ਸਾਬਤ ਨਹੀਂ ਸੀ ਰਿਹਾ। ਸਭ ਉਹਨਾਂ ਦਾ ਪੂਰਾ ਘਰ ਬਾਰਿਸ਼ ਕਾਰਨ ਢਹਿ ਜਾਂਦਾ ਹੈ, ਕਿਉਂਕਿ ਘਰ ਕੱਚਾ ਹੁੰਦਾ ਹੈ। ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ। ਖਬਰੇ ਕਿਵੇਂ ਅੰਦਰ ਆਪਣੀ ਕਬੀਲਦਾਰੀ ਤੋਰਦਾ ਸੀ। ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ। ਉੱਥੇ ਵਜ਼ੀਰਾਂ ਦੀਆਂ ਸਿਫਾਰਸ਼ਾਂ ਚੱਲਦੀਆਂ ਸਨ। ਹਾਰ ਕੇ ਉਸਨੂੰ 10 ਵਿਗੇ ਭੌਂ ਵੇ ਕਰਨੀ ਪਈ ਕਿ ਉਸਨੇ ਜਿਹੜੀ ਉਹਦੀ 10 ਵਿਗੇ ਜਿਹਦੀ ਜ਼ਮੀਨ ਸੀਗੀ ਉਸਨੂੰ ਵੇਚ ਕੇ ਪੈਸੇ ਕਮਾਉਂਦਾ ਹੈ। ਕਿੰਨਾ ਕੁ ਚਿਰ ਬੇਗਾਨੇ ਘਰਾਂ ਵਿੱਚ ਟੱਬਰ ਰੁਲਦਾ ਰਹੇ। ਇੱਟਾਂ ਸੁਟਾ ਲੀਆਂ, ਸੀਮਿੰਟ ਦਾ ਵੀ ਬੰਦੋਬਸਤ ਬਣ ਗਿਆ, ਪਰ ਜਦ ਤੱਕ ਦਰਬਾਰੇ ਨਾਲ ਗੱਲ ਨਾ ਖੋਲ੍ਹੀ ਜਾਵੇ काम किमें शुरू हो जाए, क्योंकि उसने जो दीवार करनी होती है वो दोनों की होती है साझी। तो वो सोचता है कि जिन्ना चिर उस नाल गल नहीं होगी तो दीवार किमें कढ़ सकता है। सामने गली सी, किसी का रौला नहीं सी। सज्जे पासे दी कंध चाची राम कौर नाल सांझी सी। कपूर सिंह दे नाल भी दरबारे दे घर दा भी कुछ हिस्सा डिग पिया सी, जिस तो वो आप तंग सी ते ओनू आप कंध दी लोड़ सी। मतलब दरबारा सिंह को भी ज़रूरत होती है कि वो दीवार निकल जाए, वो खड़ी हो जाए। पिछले पासे चन्नन सिंह चीनीए की आबादी सी। कदे ना कदे उन्हें भी 2 खण आबादी लई छत्तने सन। इसलिए उन्हें शतीर धरन वेले अध देना मान लिया। झगड़ा सी ते दरबारे वाली खब्बी वाही दा, खब्बी मतलब जो लैफ्ट होता है, बायां वाही दा। ते ये झगड़ा थोड़े कीता मुकदा नहीं सी दिसदा। 1-2 वारी कंध करन लई कपूर सिंह ने दरबारे नूं आख्या, पर उसने कोई हूँ हाँ ना कीती, सगों रुखा जवाब देंदियां कहा, जद कंधां दे समय आउणगे कंधां देखियां जाणगीआं। पर कपूर सिंह लई हुण होर समां कदों आउणा सी जिहड़ा घरों बेघर होया बैठा सी, क्योंकि उसको तो रहने के लिए अपना घर बनाना था, क्योंकि उसका घर पूरा गिर चुका था। दरबारे लई एक कंध वडारूआं मतलब जो बड़े बुजुर्ग होते हैं वेले दी कच्ची ते थां तो गई हुई सी। कई थां तो 4-4 उंगल दियां भग्गां खुल्लियां होईयां सन। उंज भी थोथड़ जी रेही दी खाधी हुंदी है, मतलब वो बहुत ही खोखली हो गई थी, अंदर से गिरने वाली थी ऑलमोस्ट। आर पार कई मोरियां, पिछों कोठड़ी ते शतीर दबे हुए ते छत झुकी हुई सी। लोड़ असल विच दरबारे नूं भी कंध दी उन्नी सी जिन्नी कपूर सिंह नूं। नवीं कंध माड़ी भी किस नूं रहिंदी है, पर बहाने लई एक लेखे ਉਹਨੂੰ ਇਹ ਕੰਧ बिना सरदा भी सी। ਉਹਦੇ कोल 2 घर सन, क्योंकि दरबारा सिंह के पास 2 घर होते हैं, तो उसको इसकी ज़्यादा ज़रूरत भी नहीं थी। ज़रूरत तो थी पर उसको ये नहीं था कि उसका काम ही नहीं चल सके। इस पुराने कोठे विच तां उहदा कख कंडा ते डंगर बच्छा हुंदा सी, मतलब उसके पशु वहाँ बांधे होते थे, या पशुओं के खाने के लिए जो भी तूड़ी, कख, डंडा, कंडा वगैरह उत्थे रखिया हुंदा सी। आप इस तो अगले घर विच रहिंदे सन, जिस दी हालत बहुत चंगी सी ते जो उन्हां दे गुजारे लई काफ़ी सी। कपूर सिंह नूं तां कंध बनाए बिना किसी तरह भी नहीं सी सरदा, मतलब उसका काम नहीं चल सकता था। नवे घर उत्ते जिसने नवे सिरों पैसा लाउणा होवे ਉਹ ਹੁਣ ਕੱਚੀ ਵੀ ਕਿਉਂ ਰੱਖੇ। ਤਿੰਨਾਂ ਪਾਸਿਆਂ ਦੀਆਂ ਕੰਧਾਂ ਪੱਕੀਆਂ ਨਿਕਲਦੀਆਂ ਸਨ। ਇਹ ਚੌਥੀ ਨੂੰ ਕੱਚੀ ਵੇਖ ਕੇ ਉਹ ਮਕਾਨ ਦੀ ਜਖਣਾ ਕਿਵੇਂ ਪੁੱਟ ਲਵੇ, ਮੁਸਕੋ ਪੂਰਾ ਨਕਸ਼ਾ ਵਿਗਾੜ ਲਏ। ਪੱਕੀਆਂ ਕੰਧਾਂ ਉੱਤੇ ਕਦੇ ਚੁਬਾਰੇ ਨਹੀਂ ਵੀ ਬਣ ਸਕਦੇ ਹਨ। ਕੱਚੀਆਂ ਤੇ ਬੋਦੀਆਂ ਕੰਧਾਂ ਦੇ ਅੱਗੇ ਥੋੜ੍ਹੇ ਹੱਥ ਲੱਗੇ ਹੁੰਦੇ ਹਨ। मतलब वो चाहता था कि उस दीवार को भी पक्का ही बना ले जब वो पूरा घर अच्छे से बना रहा है। कपूर सिंह बड़ा तंग पिया। शरीक कहते हुंदे ने मिट्टी का भी बूरा। ਉਹਨੂੰ ਰਹਿ के दरबारे उत्ते गुस्सा आउंदा, पर गुस्से नाल ਉਹ जाणदा सी ਉਹਦਾ ਕੰਮ सौरना नहीं, मतलब उसका काम नहीं चलेगा अगर वो गुस्सा करेगा। चाची राम कौर, चन्नन सिंह चीनिया ते होर कईयां नूं ਉਹਨੇ आख्या कि ਉਹ भी दरबारे नूं जाके समझाउण, पर दरबारा सी रस्सी दा सप्प बनिया बैठा सी। गली गुआंढ मित्र प्यारा जद भी किसी नूं भी आई गई ना दित्ती तां ਉਹਨੇ सोचा एक बार फिर ਉਹ आप जाके दरबारे नूं समझावे, खबरे कोई गल ਉਹਦੀ अकल विच आ ही जावे। अगली सवेर ਉਹਨੇ दरबारे दे बूहे अगे थोड़ा उहल के आवाज़ मारी। अंदरों कुड़ी ने दस्सिया कि ਉਹ ਹੁਣੇ पटवारी ਵੱਲ ਨੂੰ गया है। कपूर सिंह मगरे तुर पिया, मतलब पीछे पीछे चला गया। उत्ते ही 2 आदमियों के सामने गल करनी योग समझी। उसने सोचा कि सबके सामने बात कर लूँगा। ਜਾਂਦੇ ਨੂੰ ਅੱਗੇ राम रतन पटवारी, ਧੰਮਾ सिंह सरपंच ते टुंडा लंबड़दार ते 1-2 होर आदमी मंजियां उत्ते बैठे सन। दरबारा पटवारी दी पैंद मतलब उसके जो चारपाई के पैरों की तरफ बैठा था, जिवें कुछ लिखवा रहा सी। कपूर सिंह ने सारिਆਂ ਨੂੰ ही सांझे मन के दरबारे ਨੂੰ धीरज नाल आख्या, भाई दरबारा सिया कंध दा फिर हुण कीकण करना है। कीकण मतलब कैसे करना है।
ਕਿਹੜੀ ਕੰਧ? ਦਰਬਾਰੇ ਨੇ ਪੈਰਾਂ ਉੱਤੇ ਪਾਣੀ ਨਾ ਪੈਣ ਦਿੱਤਾ। ਤੂੰ ਭੁੱਲਿਆ ਹੋਇਆ? ਕਪੂਰ ਸਿੰਘ ਬੋਲਿਆ, ਆਪਣੀ ਸਾਂਝੀ। ਮੈਨੂੰ ਨਹੀਂ ਲੋੜ ਕੰਧ ਕਰਨ ਦੀ। ਓਪਰਿਆਂ ਵਾਂਗ ਦਰਬਾਰੇ ਨੇ ਉਹਦੇ ਵੱਲੋਂ ਮੂੰਹ ਫੇਰ ਕੇ ਹਵਾ ਵਿੱਚ ਖਾਲੀ ਝਾਕਦਿਆਂ ਕਿਹਾ ਕਿ ਉਸੇ ਮੂੰਹ ਫੇਰ ਕੇ ਉਸਨੇ ਬੋਲਦੇ ਕਿ ਮੁਝੇ ਜ਼ਰੂਰਤ ਨਹੀਂ ਹੈ। ਤੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ। ਕਪੂਰ ਸਿੰਘ ਨਿਮਾਣਾ ਜਿਹਾ ਹੋ ਕੇ ਬੋਲਿਆ, ਮਤਲਬ ਬਹੁਤ ਆਰਾਮ ਸੇ, ਧੀਰਜ ਸੇ। ਪਰ ਇਹ ਗੱਲ ਦਰਬਾਰੇ ਨੇ ਨੇੜਿਓਂ ਵੀ ਨਾ ਗਈ। ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ, ਤੈਨੂੰ ਲੋੜ ਹੈ ਤੂੰ ਕਰ ਲੈ। ਮੈਂ ਕਿਵੇਂ ਕਰ ਸਕਦਾ ਭਲਾ? ਐਡੀ ਵੱਡੀ ਕੰਧ, ਕੱਲਾ 40 फुट लंबी, 14 फुट ऊंची, 1.5 इंच चौड़ी, क्योंकि उस दीवार पे उसको काफ़ी उसके खर्चा हो जाता और उसकी जो घर की हालत थी वो अच्छी नहीं थी कपूर सिंह के। फिर मेरे सिर आन सान है, सान तो नहीं, सान मतलब एहसान, सान तो नहीं, मेरा काम तो अटकिया खड़िया, मैनू जिम्मेवारी है तेरे काम की, अटकिया रहे। दरबारे सिर नू आया, मतलब बहुत गुस्से से दरबारा सिंह बोल रहा था। कोलों पटवारी ने हौली जी आख्या, कानू वाले पाखे चौड़े होंदे हो, मुका लो रल के। मतलब कि क्यों काम को बढ़ा रहे हो, बात को आप दोनों आपस में बात कर लो। पर सरपंच ने मलवी जीव नाल ਚੱਬ के टोकिया, आपा ने कानू आना विच पटवारी जी, भाई भाई ने आपे समझणगे। मतलब जो सरपंच होता है वो बोलता है कि हम क्यों बीच में आए, ये दोनों भाई हैं, अपने आप समझ जाएंगे, अपने आप बात को निपटा लेंगे। कपूर सिंह सरपंच का रुख ताड़ गया। ਅੱਗੇ ਵੀ ਉਹ कई वरियां तो ਉਹਦੇ ਨਾਲ लगदा आउंदा सी। मतलब वो जो सरपंच होता है कपूर सिंह पे को अच्छा नहीं समझता और उस पर लगता है, इसलिए वो चाहता है कि दोनों भाइयों की आपस में ना बने। दरबारे कप्पल नूं मतलब बेसमझ को, ना समझ को। कप्पल नूं इन्हां गल्लां दी की शर्म। हुण जे कपूर सिंह दा भाई ही सरपंच नूं ਉਹਦੇ खिलाफ वरतण ਲਈ मिले ਤਾਂ ਹੋਰ ਉਹਨੂੰ ਕੀ ਚਾਹੀਦਾ ਸੀ। ਉਹਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹਿਆ, ਦਰਬਾਰਾ ਸਿਆਂ ਮੈਂ ਤੈਨੂੰ ਮਿੰਨਤ ਨਾਲ ਕਹਿਣਾ, ਆਪਾਂ ਕਬੀਲਦਾਰਾਂ ਲੜਦੇ ਚੰਗੇ ਨਹੀਂ ਲੱਗਦੇ, ਆ ਰਲ ਕੇ ਕੰਧ ਬਣਾਈਏ। ਤੂੰ ਹਾਂ ਕਰ, ਜਿਕੁਣ मतलब जैसे कहेगा मैं उक्कण मान लूँगा, मैं वैसे ही मान लूँगा तुम्हारी बात। ਕੰਧ ਐ ਮਾੜੀ, ਦੋਹਾਂ ਨੂੰ ਇਹ ਤਾਂ ਸੁੱਖ ਹੈ, ਮਾੜੀ ਮੋਟੀ ਕੰਧੋੜੀ ਹੁੰਦੀ ਤਾਂ ਮੈਂ ਕਹਿੰਦਾ ਵੀ ਨਾ, ਸਾਰਾ ਭਾਰ ਚੱਕਣਾ ਮੈਨੂੰ ਵੀ ਔਖਾ, ਤੂੰ ਮੈਨੂੰ ਬਹੁਤਾ ਚਕਾ ਦੇ, ਆਪ ਥੋੜਾ ਚੱਕ ਲਈ। ਕਪੂਰ ਸਿੰਘ ਨੇ ਨਰਮਾਈ ਨੇ ਦਰਬਾਰੇ ਦੀ ਅੜਵਾਈ ਕੁਝ ਢਿੱਲੀ ਕਰ ਦਿੱਤੀ। ਘੁੱਟੀਆਂ ਉਹਦੇ ਮੱਥੇ ਵਿੱਚੋਂ ਮਿਟਣ ਲੱਗੀਆਂ, मतलब वो थोड़ा नरम पड़ने लगा, गुस्सा वो छोड़ने लगा। पल ਦੀ पल हाँ कर देने ਲਈ ਉਹਦਾ ਜੀ ਵੀ ਕੀਤਾ, पर उदों ही हौली ਜਿਹੀ सरपंच खंगूरिया, मतलब वो उसने आवाज़ निकाली कि खंगूरिया, मतलब उसने खंगूरा मारिया, उसने ऐसे आवाज़ निकाली इन्नी हौली ते इन्ना बेमुलम जिस विचली रमज नूं दरबारा भी ही बुझ सके। मतलब उसने इतना धीरे से ये संकेत किया जिससे दरबारा समझ गया, और उसने इसलिए किया था कि वो दरबारा कपूर सिंह की बात ना माने। दरबारे नूं फिर वट चढ़ गया ते ਉਹਦੇ पद्धर हुंदे मत्थे विच घुट्टियां फिर संघणियां हो गईयां, मतलब गुस्सा फिर आ गया। ਉਹ मैं शदाई हाँ ਜਿਹੜਾ मल्लो मल्ली किसी ਦਾ ਭਾਰ ਚੱਕਦਾ ਫਿਰਾਂ, पर ਮੈਨੂੰ ਤੈਨੂੰ ਅਨਕਾਰ ਕਿਹੜੀ ਗੱਲੋਂ ਹੈ। ਕਪੂਰ ਸਿੰਘ ਨੇ ਫਿਰ ਵੀ ਭਾਈਬੰਦੀ ਵਰਤੀ, ਕੀ ਕਰੇ, ਉਹਨੂੰ ਲੋੜ ਜੋ ਸੀ, ਮੇਰੇ ਵਿੱਚ ਨਹੀਂ ਜਾਨ ਪੈਸਾ ਖਰਚਣ ਦੀ, ਮੈਂ ਫਾਹੇ ਚੜ੍ਹਾਂ। ਦਰਬਾਰਾ ਉਸੇ ਤਰ੍ਹਾਂ ਹਵਾ ਵਿੱਚ ਘੂਰਦਾ ਸੀ, ਖਰਚ ਹਾਲੇ ਮੈਂ ਕਰ ਦਿੰਨਾ, ਤੂੰ ਫੇਰ ਦੇ ਦੇਈਂ, जब होंगे उदों दे दें। मतलब कपूर सिंह ने बोला कि मैं अभी खर्च कर देता, तो मुझे बाद में पैसे दे देना, मैं एवें तेरी जुत्ती हेठ आवां। दरबारा किसी राह भी नहीं सी तुरन दिंदा। भाई जे मित्र होवे तां ਉਹਦੇ ਵਰਗਾ कोई मित्र नहीं, तो जे भाई दुश्मन बन जावे तां ਉਹਦੇ ਵਰਗਾ कोई दुश्मन नहीं। मतलब अगर भाई आपका दोस्त है तो वैसा कोई दोस्त नहीं होगा, अगर आपका दुश्मन बन जाए, भाई का दुश्मन, तो वैसा कोई दुश्मन नहीं होगा। टुंडे लंबड़दार ने गल मुकाउणी चाही, मतलब उस बात को ख़त्म करना चाहा। ਲੈਣਾ ਦੇਣਾ ਬਣਿਆ ਹੋਇਆ ਹੀ ਇਹ, ਕੋਈ ਡਰ ਨਹੀਂ। ਅੱਗੜ ਪਿੱਛੜ ਦਾ ਵੀ ਕਪੂਰ ਸਿੰਘ ਦੀ ਹਾਲਤ ਉੱਤੇ ਉਹਨੂੰ ਤਰਸ ਆ ਗਿਆ। ਤੈਨੂੰ ਨਹੀਂ ਪਤਾ ਚਾਚਾ, ਦਰਬਾਰੇ ਨੇ ਝੱਟ ਝਾੜ ਦਿੱਤਾ। ਉਹ ਚੁੱਪ ਕਰ ਗਿਆ, ਕਿਹੜਾ ਲੱਕੜ ਤੋਂ ਆਪਣੀ ਹੇਠੀ ਕਰਾਵੇ। ਕਪੂਰ ਸਿੰਘ ਦੁਖੀ ਹੋ ਗਿਆ, ਕੀ ਕਰੇ ਤੇ ਕੀ ਨਾ ਕਰੇ। ਇਹ ਬੇਈਮਾਨ ਕਿਸੇ ਪਾਸੇ ਵੀ ਨਹੀਂ ਮੰਨਦਾ। ਪੱਲਿਓ 400 ਰੁਪਏ ਲਾ ਕੇ ਇਹਨੂੰ ਮੁਫਤ ਵਿੱਚ ਕੰਧ ਬਣਾ ਕੇ ਦੇ ਦਿਓ ਤਾਂ ਲੋੜ ਹੈ, ਜੇ ਅੱਧ ਮੰਗੋ ਤਾਂ ਲੋੜ ਨਹੀਂ। ਉਹ ਜਾਣਦੇ ਕੰਧ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਹੀ ਪੈਣੀ ਹੈ। ਉਹ ਕਿਉਂ ਖਾਹ ਹਾਮੀ ਭਰੇ ਸ਼ਤੀਰ ਉਹਦੇ ਲਈ ਕੋਈ ਲਾ ਹੀ ਨਹੀਂ ਸਕਦਾ। ਦਰਬਾਰਾ ਸਿਆਂ ਕਪੂਰ ਸਿੰਘ ਬਿਰ ਕਰਨ ਲੱਗਾ, ਬਹੁਤ ਹੀ ਨਿਮਰਤਾ से बोलने लगा। मेरे हाल कन्नी देख, किन्ना चिर हो गया, मतलब किन्ना समा हो गया, किन्ना टाइम हो गया मैनू रुलदे नूं। हुण तू एवें अड़िक्का ना डा, जिक्कण करेंगा उक्कण कर लेंगे, कि तू बीच में मेरा काम मत रोक, जैसे तू कहेगा मैं वैसे कर लूँगा। निक्का जिहा खंगूरा फिर सुनिया, फिर उसका संकेत सुनता है। दरबारे विच जिवें
ओपरी हवा आ गई होवे। बिना अख मिलाए ਉਹਨੇ कोरा हो के आख्या, मेरा हाल किहड़ा चंगा, मैं तेरे नाल तेरे कन्नी वेखां। तेरे कन्नी मतलब तेरी तरफ देखूं। पटवारी, सरपंच, लंबड़दार ते होर सारे चुप करके सुनते रहे। कपूर सिंह ने होर मुच के होर समाई नाल आख्या, 1.5 इंच दी ना सही 1 इंच दी कर लै। 1 इंच दी भी नहीं करनी, कच्ची कर लै, कच्ची ना पक्की। चल तू इट्टां दा ही अध दे दे, मजूरी ना सही। मजूरी मतलब मजदूरी, जो उसमें मजदूर लगेंगे। ਉਹਨੇ होर कांप खाधी, पर दरबारा तो इको आटे दा सी मतलब वो ऐसे और कुछ बोल ही नहीं रहा था सिवाय मना करने के। होर विगड़ के बोलिया, जद मैं केरा कह दिता तैनू मैनू नहीं लोड़, मैं नहीं करनी, मैनू ना कहीं। जे कंध कपूर सिंह भी करे तां भी ਢਾਉਣ ਵੇਲੇ ਤਾਂ ਆਦੀ ਦਾ ਕੋਲ ਹੋਣਾ ਜ਼ਰੂਰੀ ਸੀ। ਆਪਣੇ ਘਰ ਨੂੰ ਸਾਂਭਣਾ, ਸ਼ਤੀਰਾਂ ਹੇਠ ਥੰਮੀਆਂ ਦੇਣੀਆਂ। ਉਹਨੇ ਹੋਰ ਵੀ ठरमे नाल दरबारे नूं आख्या। उसने बोला कि अगर उसमें आधा हिस्सा तुम्हारा है तो तुम्हारा पास होना बहुत जरूरी है, पर तेरी रजामंदी बिना मैं कंध नूं छेड़ां भी किवें? तू कोल तां खड़, कंध बनूगी तां ढह के ही। मैं तां सरदार जी अग नहीं लैण जांदा कंध नूं, तू कहना कोल खड़। मैनू चट्टी पई है ना बई। विचों ही किसी ने दरबारे दी गल तो आख्या, आ तां बै जे है। ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ। ਇਹਨੂੰ ਕਹਿੰਦੇ ਨੇ ਸ਼ਰੀਕ। ਉਹਦੇ ਦਿਲ ਵਿੱਚ ਆਖਿਆ, ਬੰਦਾ ਕਿੱਥੋਂ ਤੱਕ ਸਬਰ ਕਰਦਾ ਰਹੇ ਤਾਂ ਵੀ ਉਹ ਤੱਤ ਨੂੰ ਮਾਰ ਕੇ, ਪਰ ਥੋੜ੍ਹਾ ਤੇਜ਼ ਹੋ ਕੇ ਬੋਲਿਆ, ਜੇ ਮੈਂ ਬਣਾ ਲਵਾਂ ਤਾਂ ਤੂੰ ਸ਼ਤੀਰ ਤਾਂ ਨਹੀਂ ਧਰੇਂਗਾ ਮੇਰੀ ਕੰਧ ਉੱਤੇ? ਸ਼ਤੀਰ ਧਰਨੋਂ ਮੈਨੂੰ ਕਿਹੜਾ ਹਟਾ ਸਕਦਾ? ਮੈਂ ਮਾਲਕ ਹਾਂ ਕੰਧ ਦਾ। ਦਰਬਾਰੇ ਨੇ ਹਿੱਕ ਥਾਪੜੀ। ਤੇਰੇ ਕੱਲੇ ਦੀ ਇਹ ਕੰਧ, ਮੇਰੀ ਨਹੀਂ। ਤੂੰ ਬਹੁਤਾ ਮਾਲਕ ਹੈ। ਜੇ ਭੱਖੇ ਨਾ ਕਪੂਰ ਸਿੰਘ ਤਾਂ ਕੀ ਕਰੇ? ਦਰਬਾਰੇ ਨੇ ਉਲਟੀ ਹੋਰ ਤੜੀ ਮਾਰੀ। ਮੈਂ ਤਾਂ ਸਰਦਾਰ ਜੀ ਤੇਰੇ ਉੱਤੇ ਅਰਜੀ ਦੇਣੀ ਹੈ, ਤੂੰ ਭਾਲਦੇ ਅੱਧ ਤੇਰਾ ਕੋਠਾ ਢਹਿਣ ਨਾਲ ਕੰਧ ਹੋ ਗਈ ਨੰਗੀ। ਜੇ ਮੀਂਹਾਂ ਵਿੱਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਊਗਾ ਜ਼ਿੰਮੇਵਾਰ? ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜ ਗਿਆ। ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ, ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ। ਅਰਜੀ ਦਊਂ ਇਹ ਨਗੌਰਾ ਮੇਰੇ ਉੱਤੇ। दोनों की आपस में बहस हो जाती है। हुण गिन के लई तू हरजाना मेरे कोलों हवेली दा, चल मैं ढाउणा कंध, आ हटा तू मैनू। दरबारा भावें कपूर सिंह तो कुछ छोटा सी, शरीर दा भी लिस्सा सी ते अगे कदे ਉਹਦੇ सामने वो बोलिया भी नहीं सी, पर चुक बुरी हुंदी है। चुक मतलब जब कोई आपको चढ़ा देता है। तो जैसे सरपंच दरबारा सिंह को अपने उसके भाई के खिलाफ कर रहा था। दरबारा उठ के खड़ा हो गया ते बाਹਾਂ ਚਾੜਦਾ ਗੜਕੇ ਨਾਲ ਬੋਲਿਆ, ਤੂੰ ਹੱਥ ਤਾਂ ਲਾ ਜਾ ਕੇ, ਕੰਧ ਨੂੰ ਨੇੜੇ ਹੀ ਸੀ। ਦੋਵੇਂ ਉਲਝ ਪੈਂਦੇ ਹਨ ਕਿ ਟੁੰਡੇ ਲੰਬੜਦਾਰ ਨੇ ਝੱਟ ਉੱਠ ਕੇ ਦਰਬਾਰੇ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਣ ਦੀ ਸੈਨਤ ਮਾਰੀ। ਸੈਨਤ ਮਤਲਬ ਇਸ਼ਾਰਾ ਕੀਆ। ਕਪੂਰ ਸਿੰਘ ਉੱਥੋਂ ਤੁਰ ਪਿਆ। ਮੱਖਾ ਚੱਲ ਤਾਂ ਸਹੀ, ਮੈਂ ਢਾਉਣਾ, ਤੂੰ ਹਟਾਈ। ਦੇਖੀ ਕਿਨੇ ਹੁਣ ਕੰਧ ਬਣਦੀ ਹੈ ਤੇ ਕਿਵੇਂ। ਨਾਲੇ ਨਾ ਦੇਈ ਖਾਂ ਭਲਾ ਤੂੰ ਅੱਧ। पटवारखाने का बूहा लंघद्या वो कह रहा सी, कपूर सिंह जाते जाते बोल रहा था कि मैं दीवार करके निकाल के दिखाऊंगा। सारा पिंड दरबारे नूं कोसन लगा, बहुत माड़ी गल है दरबारे खातर, किसी लोट तां बंदे नूं मनना चाहिए। कपूर सिंह दुचित्ती मतलब दो मन विच पै गया। घर बनावे कि ना बनावे, इदों चंगा ਤਾਂ ਪਿੰਡੋਂ ਬਾਹਰ ਜਾ ਵਸਣਾ ਸੀ। ਕੰਧ ਬਣਦੀ ਦਿਸਦੀ ਨਹੀਂ, ਅੱਧੀ ਵੰਡ ਕੇ ਬਣਾਉਣ ਦਾ ਠੋਕਰਾ ਕਰਨ ਵਿੱਚ ਉਹ ਗੱਲ ਨਹੀਂ। 4 ਚੁਫੇਰਿਓਂ ਪੱਕਾ ਸੋਹਣਾ ਟੱਲੀ ਵਰਗਾ ਚਕੌਰ ਘਰ ਬਣ ਜਾਂਦਾ। ਅਖੀਰੋਂ ਨੇ ਫੈਸਲਾ ਕੀਤਾ ਉਹ ਕੰਮ ਸ਼ੁਰੂ ਕਰੇ। ਜਦ ਕੰਧ ਉੱਤੇ ਆ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਅੜਿਆ ਤਾਂ ਕਿਸੇ ਦਾ ਕੁਝ ਰਹਿੰਦਾ ਹੀ ਨਹੀਂ। ਪੱਕੀ ਬਣ ਗਈ ਤਾਂ ਚੰਗਾ, ਨਹੀਂ ਠੋਕਰਾਂ ਕਰਕੇ ਉਹ ਉੱਤੇ ਪਾਸ ਵਲੀਆਂ ਪਾ ਦਿਆਂਗੇ। ਇੱਕ ਪਾਸਾ ਜਾਣੋ ਕੱਚਾ ਰਹਿ ਗਿਆ। ਹੋਰ ਹੁਣ ਕੀਤਾ ਵੀ ਕੀ ਜਾ ਸਕਦਾ। ਲੋਕ ਤਾਂ ਕਹਿੰਦੇ ਸਨ ਜਾ ਕੇ ਡਿਪਟੀ ਦੇ ਅਰਜੀ ਮਾਰੇ, ਪਰ ਮਾਮਲਾ ਹੋਰ ਚੱਕਰ ਵਿੱਚ ਪੈ ਜਾਣਾ ਸੀ। ਜੇਠ ਹਾੜ ਦੇ ਖੁੱਲ੍ਹੇ ਦਿਨ ਲੰਘਦੇ ਜਾਂਦੇ। ਜੇ ਇਸ ਤਰ੍ਹਾਂ ਕਰਦਿਆਂ ਸਿਆਲ ਮਤਲਬ ਸਰਦੀਆਂ ਆ ਗਈਆਂ ਤਾਂ ਕੰਮ ਰਾਂਝਾ ਤੋਂ ਉਂਝ ਨਹੀਂ ਮੁੱਕਿਆ ਕਰਨਾ। ਤੇ ਨਾਲੇ ਹੁਣ ਦਾ ਖੁੰਝਿਆ मतलब अब अगर काम नहीं हुआ तो खबरें कब तक उत्ते जा पवे। एक बार अभी काम टल गया तो बाद में न जाने कब होगा। ਕੰਮ ਸ਼ੁਰੂ ਹੋ ਗਿਆ। ਚਾਚੀ ਰਾਮ ਕੌਰ ਵਾਲੀ ਕੰਧ ਢਾਹ ਕੇ ਮਜ਼ਦੂਰ ਨੀਹਾਂ ਕੱਢਣ ਲੱਗੇ। 3 ਦਿਨਾਂ ਵਿੱਚ ਕੰਧ ਸਿਰੇ ਜਾ ਲੱਗੀ। ਢਲਾਨ ਮਤਲਬ ਦਲਾਨ ਮਤਲਬ ਇੱਕ ਬੜਾ ਕਮਰਾ, ਵਰਾਂਡਾ, ਰਸੋਈ ਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ। ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ। ਬੂਹਾਂ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ। ਚੁਗਾਠਾਂ ਭਾਵ ਜੋ ਦਰਵਾਜ਼ੇ ਨਿਕਾਲ ਦਿੱਤੇ। 10 ਦਿਨਾਂ ਵਿੱਚ ਥਾਂ ਦਾ ਹੂਲੀਆ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮ ਕੌਰ ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਹੋਰ
ਹੁਣ ਬੁਰੀ ਦਿਸਣ ਲੱਗੀ। ਆਉਂਦਾ ਜਾਂਦਾ ਹਰ ਕੋਈ ਆਖੇ ਹੁਣ ਇਹ ਵੀ ਦਲਿੱਦਰ ਕੱਢ ਕੇ ਛੱਡਿਓ, ਪਰ ਦਰਬਾਰੇ ਨੇ ਅਜੇ ਵੀ ਇੱਕੋ ਨੰਨਾ ਫੜਿਆ ਹੋਇਆ ਸੀ। ਬੈਠਕ ਦੀਆਂ ਬਾਰੀਆਂ ਤੇ ਬੂਹਿਆਂ ਉੱਤੇ ਲਿੰਟਰ ਲੱਗ ਗਏ। ਡਿਓਢੀ ਦੀ ਚੁਗਾਟ ਦੀ ਵੀ ਧਰੀ ਗਈ। ਬੈਠਕ ਚਾਚੀ ਰਾਮ ਕੌਰ ਦੀ ਕੰਧ ਨਾਲ ਸੀ ਤੇ ਲੰਘਣ ਲਈ ਡਿਓਢੀ ਦਰਬਾਰੇ ਨਾਲ। ਡਿਓਢੀ ਦੀ ਛੱਤ ਨੀਵੀਂ ਰੱਖ ਕੇ 8 ਫੁੱਟ ਉੱਤੇ ਲੈਂਟਰ ਪਾਉਣਾ ਸੀ, ਕਿਉਂਕਿ ਉੱਤੇ ਮਿਆਨੀ ਰੱਖੀ ਗਈ ਸੀ। ਡਿਓਢੀ ਦਾ ਲੈਂਟਰ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ। ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ। ਜਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਨੇ ਦਰਵਾਜ਼ੇ ਇਕੱਠ ਕੀਤਾ। ਸਾਰਾ ਪਿੰਡ ਚੌਂਤਰੇ ਉੱਤੇ ਜੁੜ ਗਿਆ। ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ। ਪਹਿਲਾਂ ਤਾਂ ਉਹਨੇ ਬੜੇ ਪੈਰ ਅੜਾਏ, ਮੈਂ ਕੁੜੀ ਦਾ ਵਿਆਹ ਕਰਨਾ, ਮੈਨੂੰ ਲੋੜ ਨਹੀਂ, ਮੇਰੀ ਪੁੱਜਤ ਨਹੀਂ। ਅਖੀਰ ਜਦੋਂ ਸਾਰੇ ਲੋਕ ਉਸਨੂੰ ਕਹਿਣ ਲੱਗ ਜਾਂਦੇ ਨੇ ਤਾਂ ਪੰਚਾਇਤ ਨੇ ਸਮਝਾ ਧਮਕਾ ਕੇ ਮਨਾ ਹੀ ਲਿਆ। ਪਿੰਡ ਦੀ ਸਾਂਝੀ ਰਾਏ ਸਾਹਮਣੇ ਉਹਨੂੰ ਝੁਕਣਾ ਹੀ ਪਿਆ। ਮਜ਼ਦੂਰੀ ਉਹਨੂੰ ਛੱਡੀ ਗਈ। ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਕੀਤਾ, ਕਿਉਂਕਿ ਹਾਲੇ ਕੰਧ ਦੀ ਇੰਨੀ ਲੋੜ ਨਹੀਂ ਸੀ। ਇਸ ਲਈ ਰਵਾਇਤ ਵਜੋਂ ਰਕਮ 2 ਲੰਮੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ। ਆਉਣੀ ਲੋਹੜੀ ਛੱਡ ਕੇ ਪਹਿਲੀ ਕਿਸ਼ਤ ਨਿਮਾਣੀ ਨੂੰ ਤੇ ਦੂਜੀ ਅਗਲੀ ਲੋਹੜੀ ਨੂੰ ਕਾਗਜ਼ ਬਣ ਗਿਆ। ਭਾਵੇਂ ਮਜ਼ਦੂਰੀ ਸਾਰੀ ਹੀ ਕਪੂਰ ਸਿੰਘ ਦੇ ਸਿਰ ਪੈ ਗਈ, ਜੋ 80-82 ਤੱਕ ਬਣਦੀ ਸੀ, ਤਾਂ ਵੀ ਉਹ ਖੁਸ਼ ਸੀ। ਕੰਮ ਤੁਰਦਾ ਹੋ ਗਿਆ। ਉਸਦੇ ਸਿਰ 40 ਕੁ ਹੀ ਵੱਧ ਪਏ। ਕੋਈ ਗੱਲ ਨਹੀਂ, ਇੰਨਾ ਕੁਝ ਕੁ ਤਾਂ ਉਹ ਆਪ ਹੀ ਦਰਬਾਰੇ ਨੂੰ ਜਾ ਕਹਿੰਦਾ ਸੀ। मतलब बात होगी। पंचायत ने उसे बोल दिया तो वो मान गया। अगले दिन पंचायत ने 4 आदमी आए ते सामने कंधा ढुहा के नींह पटाउण लग गए। इट धरन वेले कंध उत्ते मेला लग गया। दरबारा खुश तां अगे ही नहीं सी, पर हुण जद कंध बनन ही लग पई तां अड़ फुੱਟਣ ਦੀ ਨਮੋਸ਼ੀ ਵਿੱਚ ਉਹਦੀ ਹਿੱਕ ਉੱਤੇ ਸੱਪ ਲੇਟ ਰਿਹਾ ਸੀ। ਇੱਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ, ਦੂਜੇ ਪਾਸਿਓਂ ਨਾਹਰ ਸਿੰਘ ਅਕਾਲੀ ਨੇ। ਜਦ ਰੱਸੀ ਨਾਹਰ ਸਿੰਘ ਨੇ ਨੀਂਹ ਦੇ ਸਿਰੇ ਉੱਤੇ ਛੂਹੀ ਤਾਂ ਝੱਟ ਦਰਬਾਰਾ ਬੁਖਲਾਈ ਆਵਾਜ਼ ਵਿੱਚ ਬੋਲਿਆ, ਆਪਣੇ ਅਮਾਨ ਨੂੰ ਜਾਣ ਕੇ ਨਿਆਂ ਕਰੀ ਅਕਾਲੀਆ, ਸਾਨੂੰ ਤਾਂ ਦੋਵੇਂ ਇਕਸਾਰੋਂ ਦਰਬਾਰਾ ਸਿਆਂ। ਨਾਹਰ ਸਿੰਘ ਨੇ ਉੱਤਰ ਦਿੱਤਾ। ਸਾਰੇ ਲੋਕ ਇੱਕ ਟੱਕ ਰੱਸੀ ਵੱਲ ਵੇਖਣ ਲੱਗੇ। ਪਰਲੇ ਸਿਰੇ ਬੈਠੇ ਧੰਮਾ ਸਿੰਘ सरपंच ने हाथ पर कपूर सिंह वाल रस्सी धर दी। मतलब वो तो पहले ही इन दोनों भाइयों की लड़ाई करवा देता था। एकदम रौला पै गया, आ तां जमा विंगी आ, इत्थे कंध जांदी ही नहीं। किसे उच्ची बोल के धम्मा सिंह नूं आख्या कि रस्सी एक हथ दूजे पासे नूं धरे, इन्ना फर्क तां अन्निਆਂ नूं भी दिसदा सी। रस्सी धम्मा सिंह नूं दूजे पासे धरनी पई। हुण ठीक है, सारिਆਂ ने तसल्ली दा साह लिया। साल सुट के मिस्तानी निशान लाउण लगा कि दरबारे ने झट रौला पा दिता, मैनू नहीं मंजूर, ये कोई इंसाफ है? कंध 4 ਉਂਗਲ मेरे पासे पई है, तेरे पासों तां सारियों पई है। जद 4 आदमी खड़े ने कोल, कपूर सिंह बोलिया। दरबारे ने झट गाल कढ़ के आख्या, जम्मिया कौन है ओए मेरे पासे कंध करन वाला? बंदा भावें लख नरम होवे, गाल पर किसे तो नहीं, किसे तो क्यों खावे? पूरे जोश नाल कपूर सिंह ने मुक्का वट के वंगारिया। न्यूं च गड्ढ दूं, न्यूं च। ते इन्ने विचों घरों ਉਹਦਾ ਛੋਟਾ ਭਰਾ ਗੰਧਾਲੀ ਚੁੱਕ ਲਿਆ। ਦੋਵੇਂ ਪਾਸਿਓਂ ਗਾਲਾਂ ਦੀ ਵਾਛ ਉਡਾਉਣ ਲੱਗੀ। ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ ਕੇ ਆ ਗਿਆ। ਦਰਬਾਰੇ ਨੇ ਲੈਂਦਿਆਂ ਹੀ 2 ਹੱਥੜੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ। ਆ ਤੈਨੂੰ ਦੇਖਾਂ ਨਿਉਂ ਚ ਗੜਦੇ ਨੂੰ। ਤੇ ਨਾਲ ਹੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿੱਚੋਂ ਆਈ। ਕੀਚਰਾਂ ਝੱਟ ਗੰਧਾਲੀ ਦਰਬਾਰੇ ਦੇ ਮੋਹਰਾਂ ਉੱਤੇ ਪਈ। ਦੂਜੀ ਪੁੜਪੜੀ ਵਿੱਚ ਲਹੂ ਦੀ ਟੀਕ ਚੱਲ ਪਈ ਤੇ ਉਹਨੇ ਉਲਟ ਕੇ ਨੀਂਹ ਵਿੱਚ ਜਾ ਡਿੱਗਿਆ। ਪੰਚ ਰੱਸੀ ਛੱਡ ਕੇ ਪਰਾਂ ਹੋ ਗਏ। ਆਖਰ ਕੁਝ ਲੋਕ ਹੌਸਲਾ ਕਰਕੇ ਛੁਡਾਉਣ ਲੱਗੇ। ਤੀਵੀਆਂ ਘਰਾਂ ਚੋਂ ਨਿਕਲ ਕੇ ਆਮੋ ਸਾਹਮਣੇ ਬਾਹਾਂ ਉਲਾਰਦੀਆਂ ਮਿਹਣੋ ਮਿਹਣੀ ਹੋਣ ਲੱਗੀਆਂ। मतलब आपस में सब लोग लड़ने लगे। चीख चिहाड़ा गाਲਾਂ दुपड़ा ਕੰਨ ਪਈ ਆਵਾਜ਼ ਨਾ ਸੁਣੀ। 2 ਘੰਟੇ ਉਹ ਝੱਜੂ ਪਿਆ। मतलब बहुत शोर हुआ। ਉਹ ਰੂਦ ਛਾਣਿਆ ਕਿ ਲੋਕੀ ਕੰਨਾਂ ਉੱਤੇ ਹੱਥ ਧਰ ਗਏ। ਕਿਸੇ ਨੇ ਮਗਰੋਂ ਕੁਝ ਦਿਨ ਪਾ ਕੇ ਕੰਧ ਤਾਂ ਬਣ ਗਈ, ਜਿਹੋ ਜਿਹੀ ਚਾਹੀਦੀ ਸੀ ਇਹੋ ਜਿਹੀ ਬਣ ਗਈ, ਪਰ ਜਿਉਣ ਦਾ ਹੱਜ ਕੋਈ ਨਾ ਰਿਹਾ। ਜਿਹੜੀ ਗੱਲ ਦਾ ਡਰ ਸੀ ਉਹ ਹੋ ਕੇ ਹਟੀ। ਦੋਹਾਂ ਧਿਰਾਂ ਦੀਆਂ ਜ਼ਮਾਨਤਾਂ ਹੋ ਗਈਆਂ। ਦਿਲਾਂ ਵਿੱਚ ਪਾਟਕ ਪੈ ਗਏ। ਬੋਲ ਚੱਲ ਜਾਂਦੀ ਰਹੀ। ਪੁਸ਼ਤਾਂ ਲਈ पैर खड़ा हो गया। मतलब दीवार तो बन गई, पर आपस में वो लोगों की बोल चाल जाती रही। आपस में वो बोलनों गए ਅਤੇ ਉਹਨਾਂ ਦਾ ਆਪਸ ਵਿੱਚ ਬਹੁਤ ਝਗੜਾ ਵੱਧ ਗਿਆ ਤੇ ਜ਼ਮਾਨਤਾਂ ਪੈ ਗਈਆਂ। 2 4 6 ਮਹੀਨੇ ਉੜਕ ਵਰਾ ਲੰਘ ਗਿਆ। ਨਿਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜਨਾ ਚਾਹਿਆ। सारे पिंड सामने लिखत हुई सी, मुकर तो हो सकता नहीं सी। मतलब जो उसने पहली किस्त उन्हें देनी थी उस टाइम पे बधा हुआ टाइम जो उन्होंने लिखा हुआ था उस पर वो
नहीं देने के लिए आया दरबारा सिंह। तो कपूर सिंह भी उसको बोलने के लिए नहीं गया, क्योंकि वो सोच रहा था कि कहीं झगड़ा ना हो जाए। 6 महीने होर लंघ गए, दूजी लोहड़ी की किश्त भी लंघ गई, और जब लोहड़ी आ गई और दूसरी किश्त का भी टाइम हो गया, तब भी दरबारा सिंह नहीं आया। आथण सवेर कपूर सिंह पंचायत नूं कहण वाला ही सी, एक सवेर कालजा फड़ी चाची राम कौर आई। तैं कुछ सुनिया कपूर सिंह? हैरान होके कपूर सिंह चौंकिया। ना चाची, क्यों, की गल है? लै वे तैनू खबर नहीं, मुंडा तां भुंजे लिया पिया दरबारा। मतलब बहुत ज़्यादा कमज़ोर होया, भुंजे लगे पिया, मतलब ज़मीन के बिल्कुल लगा पड़ा है। दरबारा लै होर की, ਉਹ ਤਾਂ ਨਮੂਨੀਏ ਨਾਲ ਜੁੜਿਆ ਪਿਆ, ਠੰਡ ਦੀ ਸੀੜ 'ਚ ਆ ਗਿਆ। ਰਾਤ ਬਹੂ ਰੋਂਦੀ ਨਹੀਂ ਸੀ ਝੱਲੀ ਜਾਂਦੀ। ਇੱਕ ਤਾਂ ਇਲਾਜ ਕਰਾਉਣਾ ਕਿਹੜਾ ਸੌਖੇ ਨੇ ਚੰਦਰੇ ਬਿਨਾਂ ਪੈਸੇ। ਮੈਨੂੰ ਤਾਂ ਚਾਚੀ ਹੁਣ ਤੇਤੋਂ ਪਤਾ ਲੱਗਿਆ। ਲੈ ਆਹੋ ਡੈਡ, ਤੈਨੂੰ ਕਿੱਥੋਂ ਉੱਪਰੇ ਆਉਣ ਜਾਣ ਵਾਜੂ ਕੰਧ ਓਲੇ ਪ੍ਰਦੇਸ਼ ਹੈ ਚਾਚੀ। ਲੈ ਉਹ ਜਾਣੇ, ਨਹਾਂ ਨਾਲੋਂ ਮਾਸ ਨਹੀਂ ਟੁੱਟਦਾ। ਕਦੇ ਸਾਊਂ ਕਹਿੰਦੇ ਚਾਚੀ ਸੈਨਤ ਸੁੱਟ ਕੇ चली गई। मतलब चाची ने बताया कि वो बहुत बीमार है, निमोनिया हो गया। कपूर सिंह उठिया ते झकदा झुकाउंदा दरबारे दे घर अंदर लंघ गया। विहड़े विच कंध दी ओट नाल धुप्पे दरबारे दा मंजा सी। कपूर सिंह जद दरबारे वल वेख्या तां वो खड़े दा खड़ा रह गया। सुੱਕ के पिंजर बनिया शरीर, धूएं वर्गा रंग, अंदर नूं धसियां होईयां अखां ते दरबारे दी नियाणी टब्बरी। अंदरों दरबारे दी घर वाली ने मंजे कोल स्टूल ढा दिता। पर कपूर सिंह दरबारे दे कोल ही मंजे दी बाहीं उत्ते बह गया। की हाल है भाई दरबारिया? रजाई दे आसरे ढो ला के दरबारा कुछ बैठदा होया बोलिया। हुण तां चंगे बाई, बीमारी दा भन्निया ओहदा निढाल मन कुछ करार फड़ आया। कोई ना, तू पिया रह, उठण दी खेचल ना कर, मतलब उठने की तकलीफ मत कर, कमजोरी ज़्यादा है। बोलन लग्या दरबारे दा सारा ढिग कंबदा सी। सब दूर हो जू, चुगाठ बच रहे, बाण बथेरा। कपूर सिंह ने हौसला दिता। लोगड़ गरम कर, ओदी कुड़ी हरबंसो ओदियां अखां नूं सेकण लगी। इलाज किहदे? कपूर सिंह ने पुछया। इलाज? दरबारा अगों चुप कर गया। इलाज किसे दा भी नहीं सी, घरां दे इलाज भी कोई इलाज हुंदे हन। कपूर सिंह तो लुकिया की सी, एक दूजे दे घर दी हालत ਉਹ ਜਾਣਦੇ ਸਨ। कपूर सिंह ने 10 रुपए का नोट कढ़ के दरबारे की जेब विच पा दिता। मैं जाके मंडियों डॉक्टर नूं भेजदा। दरबारे ने मन विच फूक उठी। मैं तां अगे भी तेरे पैसे देने आ बाई कंध वाले, तू हाले तकड़ा हो, दिंदा रही पैसे। पैसे सालियां ने नाल जाना। दरबारे दीयां अखां सिमाइयां मतलब आंसू आ गए। थोड़े चिर पिछों भरे हुए गच नाल धीमा हो के बोलिया, मकान दा काम चढ़ गया सिरे? थोड़ा जिहा टीप टल्ला रहिंदा, सीमट थुड़ गया। मैनू तो सोहरा सरपंच भखाउंदा रहा, नहीं तो मैं किहड़ा तेरा दोखी सी, मतलब मैं कौन सा तुम्हारा दोषी था। हुण तू इन्हां गल्लां नूं मन ते ना लिया। जे 4 भांडे होणगे तां खड़कणगे। हाड़ तां बंसो दा विआह दे दईए। दरबारे नूं लूं चों अपनत जाग रही सी। कोई डर नहीं, जिहड़ा भार सिरों लै जावे चंगा। तू आएगा जिक्कण तू कहें। दरबारे ने कंबदे हत्थां नाल विच कपूर सिंह दा हत्थ फड़ के आख्या, तेरे बिना बाई मैं काहदे जोगा? ਉਹਦੇ ਬੁੱਲ ਫਰਕਣ ਲੱਗੇ ਤੇ ਅੱਖਾਂ ਵਿੱਚੋਂ ਪਰਲ ਹੰਝੂਆਂ ਦੀਆਂ ਧਾਰਾਂ ਫੁੱਟੀਆਂ। ਉਹ ਤੂੰ ਦਿਲ ਰੱਖ ਵੀਰ, ਮੈਂ ਤਿੱਤੋਂ ਨਾਬਰ ਤਾਂ ਨਹੀਂ। ਕਪੂਰ ਸਿੰਘ ਨੇ ਮਸੀਂ ਇਹ ਬੋਲ ਆਖੇ। ਹੰਝੂਆਂ ਦੀਆਂ ਧਾਰਾਂ ਹੁਣ ਉਹਦੇ ਚਿਹਰੇ ਉੱਤੇ ਵੀ ਵਗ ਪਈਆਂ। मतलब दोनों रोने लगते हैं। तो कहानी का अंत होता है, आपस में दोनों भाई की बोलचाल हो जाती है, आपस में मिल जाते हैं। ਤਾਂ ਹੁਣ ਅਸੀਂ ਇਸ ਦੇ ਸ਼ਬਦਾਂ ਦੇ ਅਰਥ ਕਰਦੇ ਹਾਂ। ਖੱਜਲ ਖੁਆਰੀ, ਪਰੇਸ਼ਾਨੀ, ਥੋਥੜ ਬੁੱਢੀ ਹੋਈ, ਕੱਪੜ ਮੂਰਖ, ਜੁੱਤੀ ਹੇਠ ਆਉਣਾ, ਅਹਿਸਾਨਮੰਦ ਹੋਣਾ, ਸ਼ੀਂਹ ਸ਼ੇਰ, ਝੱਜੂ ਪਿਆ, ਝਗੜਾ ਖੜਾ ਕੀਤਾ, ਵਖੇੜਾ ਪਿਆ, ਰੂਦ ਛਾਣਿਆਂ ਗਾਲਾਂ ਦਿੱਤੀਆਂ, ਚੁਗਾਠ ਬਚ ਰਹੇ, ਬਾਣ ਬਥੇਰਾ, ਜ਼ਿੰਦਗੀ ਬਚ ਰਹੇ, ਬਾਕੀ ਕਿਸੇ ਚੀਜ਼ ਦਾ ਘਾਟਾ ਨਹੀਂ, ਨਾਬਰ ਇਨਕਾਰੀ, ਵਡਾਰੂਆ ਬਜ਼ੁਰਗਾਂ, ਦਲਾਨ ਵੱਡਾ ਕਮਰਾ। ਪ੍ਰਸ਼ਨਾਂ ਦੇ ਉੱਤਰ ਵੇਖਦੇ ਹਾਂ। ਸਾਂਝੀ ਕੰਧ ਕਹਾਣੀ ਦਾ ਸਾਰ ਲਿਖੋ। ਤਾਂ ਇਸ ਦੇ ਵਿੱਚ ਸਾਂਝੀ ਕੰਧ ਕਹਾਣੀ ਦੀ ਪੂਰੀ ਸਾਰ ਆ ਜਾਏਗਾ, ਜੋ ਕਹਾਣੀ ਆਪਾਂ ਪੜ੍ਹੀ ਹੈ। ਫਿਰ ਅਗਲਾ ਪ੍ਰਸ਼ਨ ਹੈ, ਦਰਬਾਰਾ ਸਿੰਘ ਨੂੰ ਕਪੂਰ ਸਿੰਘ ਨਾਲ ਸਾਂਝੀ ਕੰਧ ਕਰਨ ਦੀ ਲੋੜ ਕਿਉਂ ਨਹੀਂ ਸੀ? ਕਿਉਂਕਿ ਦਰਬਾਰਾ ਸਿੰਘ ਨੂੰ ਉਸਦੇ ਕੋਲ 2 ਘਰ ਸਨ ਅਤੇ ਉਸਨੂੰ ਉਸ ਘਰ ਦੀ ਇੰਨੀ ਲੋੜ ਨਹੀਂ ਸੀ। ਉਸ ਕਮਰੇ ਵਿੱਚ ਤਾਂ ਉਹ ਜੋ ਕੰਧ ਨਾਲ ਕਮਰਾ ਲੱਗਦਾ ਸੀ, ਉਸ ਵਿੱਚ ਤਾਂ ਉਹ ਸਿਰਫ ਆਪਣੇ ਪਸ਼ੂ ਅਤੇ ਉਹਨਾਂ ਦੇ ਖਾਣ ਲਈ ਕੰਡਾ ਹੀ ਰੱਖਦਾ ਸੀ। ਸਰਪੰਚ ਨੇ ਖੰਗੂਰੇ ਦਾ ਦਰਬਾਰੇ 'ਤੇ ਕੀ ਅਸਰ ਹੋਇਆ? ਤਾਂ ਉਸ ਦੇ ਨਾਲ ਉਹ ਹੋਰ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਹੈ, ਤਾਂ ਕੰਧ ਬਣਾਉਣ ਤੋਂ ਫਿਰ ਤੋਂ ਇਨਕਾਰ ਕਰ ਦਿੰਦਾ ਹੈ। ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਕਪੂਰ ਸਿੰਘ ਦੀ ਸਾਂਝੀ ਕੰਧ ਬਣਾਉਣ ਵਿੱਚ ਮਦਦ ਨਹੀਂ ਸੀ ਕਰ ਰਿਹਾ। ਕਿਉਂ? ਕਿਉਂਕਿ ਦਰਬਾਰਾ ਸਿੰਘ ਨੂੰ ਜੋ ਚੁੱਕ ਦੇ ਰਿਹਾ ਸੀ, ਉਸ ਦਾ
ਉਸ ਦਾ ਸਰਪੰਚ ਥੰਮਾ ਸਿੰਘ ਅਤੇ ਉਸ ਨੂੰ ਇੰਨੀ ਜ਼ਿਆਦਾ ਉਸ ਦੀ ਕੰਧ ਦੀ ਲੋੜ ਵੀ ਨਹੀਂ ਸੀ। ਕਪੂਰ ਸਿੰਘ ਨੂੰ ਕਿਹੜੀ ਗੱਲ ਦਾ ਡਰ ਸੀ ਜਿਸ ਕਰਕੇ ਉਹ ਦਰਬਾਰਾ ਸਿੰਘ ਪ੍ਰਤੀ ਨਰਮਾਈ ਵਰਤ ਰਿਹਾ ਸੀ? ਕਿਉਂਕਿ ਕਪੂਰ ਸਿੰਘ ਨਹੀਂ ਸੀ ਚਾਹੁੰਦਾ ਕਿ ਉਹਨਾਂ ਦਾ ਆਪਸ ਵਿੱਚ ਝਗੜਾ ਹੋਵੇ। ਉਹ ਆਪਣੀ ਬੋਲ ਵਰਤ ਆਪਸ ਭਾਈਚਾਰਕ ਸਾਂਝ ਨੂੰ ਖਤਮ ਨਹੀਂ ਸੀ ਕਰਨਾ ਚਾਹ ਰਿਹਾ। ਸਭ ਦੂਰ ਹੋ ਜੂ ਚੁਗਾਠ ਬਚ ਰਹੇ ਬਾਣ ਬਥੇਰਾ, ਇਹ ਸ਼ਬਦ ਕਪੂਰ ਸਿੰਘ ਨੇ ਕਿਉਂ ਤੇ ਕਿਸ ਨੂੰ ਕਹੇ? ਇਹ ਸ਼ਬਦ ਕਪੂਰ ਸਿੰਘ ਨੇ ਆਪਣੇ ਭਰਾ ਦਰਬਾਰੇ ਸਿੰਘ ਨੂੰ ਕਹੇ ਜਦੋਂ ਉਹ ਉਸਦੇ ਬਿਮਾਰ ਦਾ ਪਤਾ ਲੱਗਦਾ ਹੈ ਤਾਂ ਉਸਦੇ ਘਰੇ ਉਸਦਾ ਹਾਲ ਚਾਲ ਪੁੱਛਣ ਲਈ ਜਾਂਦਾ ਹੈ। ਫਿਰ ਉਸ ਨੂੰ ਕਹਿੰਦਾ ਹੈ, ਹੌਸਲਾ ਦਿੰਦਾ ਹੋਇਆ ਇਹ ਸ਼ਬਦ ਕਹਿੰਦਾ ਹੈ। ਕਹਾਣੀ ਦੇ ਅੰਤ 'ਚ ਕਪੂਰ ਸਿੰਘ ਆਪਣੇ ਬਿਮਾਰ ਭਰਾ ਦਰਬਾਰੇ ਨੂੰ ਕਿਵੇਂ ਹੌਸਲਾ ਦਿੰਦਾ ਹੈ? ਤਾਂ ਉਸਨੂੰ ਹੌਸਲਾ ਦਿੰਦਾ ਹੈ, ਉਸਨੂੰ ਕੁਝ ਰੁਪਏ ਵੀ ਦੇ ਕੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਚੁਗਾਠ ਬਚ ਰਹੇ ਬਾਣ ਬਥੇਰਾ, ਭਾਵ ਉਸਦੀ ਜਾਨ ਬਚ ਜਾਵੇ, ਬਾਕੀ ਕਿਸੇ ਚੀਜ਼ ਦੀ ਘਾਟ ਨਹੀਂ। ਸਾਂਝੀ ਕੰਧ ਕਹਾਣੀ ਵਿੱਚ ਕਹਾਣੀਕਾਰ ਕੀ ਸੁਨੇਹਾ ਦੇਣਾ ਚਾਹੁੰਦਾ ਹੈ? ਤਾਂ ਕਹਾਣੀਕਾਰ ਇਸ ਵਿੱਚ ਸੁਨੇਹਾ ਦੇਣਾ ਚਾਹੁੰਦਾ ਕਿ ਆਪਸ ਵਿੱਚ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ, ਤਾਂ ਲੋਕਾਂ ਦੀ ਚੁੱਕਣਾ ਹੇਠ ਨਹੀਂ ਆਉਣਾ ਚਾਹੀਦਾ। ਲੋਕਾਂ ਦੇ ਚੁੱਕਣਾ ਹੇਠ ਆ ਕੇ ਆਪਸ ਵਿੱਚ ਲੜਾਈ ਝਗੜੇ ਨਹੀਂ ਕਰਨੇ ਚਾਹੀਦੇ। ਤਾਂ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇਸ ਚੀਜ਼ ਉੱਤੇ ਝਾਤ ਪਾਈ ਹੈ ਕਿ ਆਪਸ ਦੇ ਵਿੱਚ ਸਾਨੂੰ ਕਿਸੇ ਦੀ ਗੱਲਾਂ ਦੇ ਪਿੱਛੇ ਆ ਕੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਨਹੀਂ ਕਰਨਾ ਚਾਹੀਦਾ ਅਤੇ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਇਸ ਕਹਾਣੀ ਨੂੰ ਤੁਸੀਂ ਪਹਿਲੇ ਆਪ ਪੜ੍ਹਨਾ ਹੈ, ਫਿਰ ਇਸ ਦੇ ਪ੍ਰਸ਼ਨ ਉੱਤਰ ਕਰਨੇ ਹਨ। ਮੈਂ ਲਿਖ ਕੇ ਵੀ ਇਹਨਾਂ ਨੂੰ ਸ਼ੇਅਰ ਕਰ ਦਾਂਗੀ, ਪਰ ਤੁਸੀਂ ਖੁਦ ਤੋਂ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਨੀ ਹੈ। ਧੰਨਵਾਦ।